गुड मॉर्निंग एवरीवन। सो आज अपना टॉपिक अपना कंटिन्यू करने जा रहे हैं। ਸਾਡੇ ਕੋਲ ਨੈਕਸਟ ਟੌਪਿਕ ਹੈ ਜਿਹੜਾ ਰੈਂਕ ਆਫ ਅ ਮੈਟ੍ਰਿਕਸ। ਸਭ ਤੋਂ ਪਹਿਲਾਂ ਜਿਹੜਾ ਰੈਂਕ ਸਾਡੇ ਕੋਲ ਹੁੰਦਾ ਕੀ ਹੈ, ਲੈਟ A be a m cross n order matrix, then R is said to be rank। ਜਿਹੜਾ ਅਸੀਂ ਰੈਂਕ ਨੂੰ ਡਿਨੋਟ ਕਿਵੇਂ ਕਰਾਂਗੇ, ਰੋ ਗ੍ਰੀਕ ਲੈਟਰਸ ਯੂਜ਼ ਕਰਾਂਗੇ, where A is a matrix of m cross n order, then the rank of A, suppose it is equal to R। rank ਦੀ ਦੋ ਕੰਡੀਸ਼ਨ ਜਿਹੜੀਆਂ ਸਾਡੇ ਕੋਲ ਸੈਟੀਸਫਾਈ ਹੋਣੀ ਚਾਹੀਦੀਆਂ ਨੇ। determinant of every minor of order greater than R should be equal to 0। so R order ਤੋਂ greater ਅਸੀਂ ਕੋਈ ਵੀ order ਦਾ minor ਲੈਨੇ ਆ ਮੈਟ੍ਰਿਕਸ ਦੇ ਵਿੱਚੋਂ ਤਾਂ ਉਹਦਾ determinant 0 ਹੋਣਾ ਚਾਹੀਦਾ ਹੈ। and there is at least one minor of order R having determinant non-zero। ਇਹਦਾ meaning ਕੀ ਹੈ, suppose ਸਾਡੇ ਕੋਲ ਇੱਕ ਮੈਟ੍ਰਿਕਸ ਹੈ 1 2 -1 3 4 2 0 3 7 8 9 -1 0 2 8 7। ਸੋ 4 ਆਰਡਰ ਦਾ ਡਿਟਰਮੀਨੈਂਟ ਅਸੀਂ ਸੋਲਵ ਕਰਾਂਗੇ। suppose ਉਹ ਨॉन ਜ਼ੀਰੋ ਹੈ, ਫਿਰ ਦਾ ਰੈਂਕ ਹੋ ਜਾਏਗਾ 4। ਇਹਦਾ ਰੈਂਕ ਫਿਰ ਹੋ ਜਾਏਗਾ ਸਾਡੇ ਕੋਲ 4। ਇਹ ਮੈਟ੍ਰਿਕਸ ਸਾਡੇ ਕੋਲ A ਹੈ। suppose 4 ਆਰਡਰ ਦਾ ਡਿਟਰਮੀਨੈਂਟ ਜਿਹੜਾ ਇਹਦਾ 0 ਆਇਆ ਹੈ, ਫਿਰ ਅਸੀਂ 3 ਆਰਡਰ ਦੇ ਜਿਹੜੇ ਡਿਟਰਮੀਨੈਂਟ ਨੇ ਸੋਲਵ ਕਰਾਂਗੇ। ਉਹ ਆਪਾਂ ਕਹਾਂਗੇ 3 ਆਰਡਰ ਦੇ ਮਾਈਨਰ। ਕਿਵੇਂ ਅਸੀਂ ਇੱਕ ਐ ਮਾਈਨਰ ਲੈ ਸਕਦੇ ਹਾਂ 3 ਆਰਡਰ ਦਾ ਹੈ, ਅਸੀਂ ਐ ਮਾਈਨਰ ਲੈ ਸਕਦੇ ਹਾਂ 3 ਆਰਡਰ ਦਾ ਹੈ, ਅਸੀਂ ਐ ਮਾਈਨਰ ਲੈ ਸਕਦੇ ਹਾਂ ਇਹ ਵੀ 3 ਆਰਡਰ ਦਾ ਹੈ, ਜਾਂ ਅਸੀਂ ਐ ਰੋ ਐ ਕਾਲਮ ਐਲੀਮੀਨੇਟ ਕਰਕੇ 1 2 3 4 5 6 7 8 9 ਇਹ 9 ਐਲੀਮੈਂਟਸ ਦਾ ਇੱਕ ਮਾਈਨਰ ਲੈ ਸਕਦੇ ਹਾਂ, ਇਹ ਵੀ 3 ਆਰਡਰ ਦਾ ਹੈ। ਸੋ 3 ਆਰਡਰ ਦੇ ਜਿੰਨੇ ਵੀ ਮਾਈਨਰ ਆ ਸਕਦੇ ਨੇ ਉਹ ਸਾਰਿਆਂ ਦੇ ਵਿੱਚੋਂ ਜੇ ਸਾਨੂੰ ਇੱਕ ਵੀ ਮਾਈਨਰ ਜਿਹੜਾ ਹੈ ਨॉन ਜ਼ੀਰੋ ਮਿਲ ਜਾਂਦਾ ਹੈ ਤੇ ਅਸੀਂ ਕਹਾਂਗੇ ਕਿ ਮੈਟ੍ਰਿਕਸ ਦਾ ਆਰਡਰ ਜਿਹੜਾ ਹੈ, ਜਿਹੜਾ ਰੈਂਕ ਹੈ ਉਹ 3 ਹੋ ਗਿਆ ਹੈ। ਸਪੋਜ਼ 3 ਆਰਡਰ ਦੇ ਵਿੱਚ ਸਾਰੇ ਹੀ ਮਾਈਨਰ ਦਾ ਡਿਟਰਮੀਨੈਂਟ 0 ਹੋ ਜਾਂਦਾ ਹੈ, ਫਿਰ ਅਸੀਂ 2 ਆਰਡਰ ਦੇ ਮਾਈਨਰ ਜਾਵਾਂਗੇ, ਸਾਨੂੰ ਸਾਰੇ ਜਿਹੜੇ 2 ਆਰਡਰ ਦੇ ਮਾਈਨਰ ਸੋਲਵ ਕਰਨੇ ਪੈਣਗੇ। ਸੋ ਸਾਡੇ ਕੋਲ ਦੋ ਕੰਡੀਸ਼ਨਸ ਬਣ ਗਈਆਂ ਨੇ। ਪਹਿਲੀ ਗੱਲ ਕਿ ਰੈਂਕ R ਹੋਣ ਲਈ R ਤੋਂ ਗ੍ਰੇਟਰ ਆਰਡਰ ਦੇ ਜਿੰਨੇ ਵੀ ਮਾਈਨਰ ਨੇ ਉਹਨਾਂ ਦਾ ਡਿਟਰਮੀਨੈਂਟ ਸਾਨੂੰ 0 ਚਾਹੀਦਾ ਹੈ। ਦੂਜੀ ਗੱਲ R ਆਰਡਰ ਦਾ ਇੱਕ ਮਾਈਨਰ ਸਾਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਜਿਹਦਾ ਡਿਟਰਮੀਨੈਂਟ ਜਿਹੜਾ ਹੈ ਨॉन ਜ਼ੀਰੋ ਹੋਵੇ। ਫੋਰ ਐਗਜ਼ਾਮਪਲ ਸਾਡੇ ਕੋਲ ਜਿਹੜਾ ਸਮ ਇੱਕ ਐਗਜ਼ਾਮ ਦੇ ਵਿੱਚ ਆਇਆ, ਫਾਈਂਡ ਦਾ ਰੈਂਕ ਆਫ ਦਾ ਮੈਟ੍ਰਿਕਸ 1 2 2 2 1 2 2 2 1। क्लियरली सब पता लग रहा है सिमेट्रिक मैट्रिक्स है। सिमेट्रिक मैट्रिक्स का शॉर्ट ट्रिक ਅਸੀਂ ਲਾਸਟ ਜਿਹੜਾ ਲੈਕਚਰ ਕੀਤਾ ਉਹਦੇ ਵਿੱਚ ਕੀਤਾ ਹੈ। ਇਹਦਾ ਡਿਟਰਮੀਨੈਂਟ ਅਸੀਂ ਸੋਲਵ ਕਰੀਏ। ਡਿਟਰਮੀਨੈਂਟ ਆਫ ਇਜ਼ ਇਕੁਅਲ ਟੂ 1 plus 8 plus 8 minus 4 minus 4 minus 4। ਇਹ ਤੁਸੀਂ ਲਾਸਟ ਲੈਕਚਰ ਤੋਂ ਦੇਖ ਸਕਦੇ ਹੋ ਕਿ ਪਹਿਲਾਂ ਅਸੀਂ ਇਹਨੂੰ ਮਲਟੀਪਲਾਈ ਕਰਦੇ ਹਾਂ, ਫਿਰ ਇਹ ਲੋਅਰ ਟ੍ਰਾਇੰਗਲ, ਫਿਰ ਇਹ ਅਪਰ ਟ੍ਰਾਇੰਗਲ, ਫਿਰ ਇਹਨਾਂ ਦੇ ਰੋ ਤੇ ਕਾਲਮ ਐਲੀਮੀਨੇਟ ਕਰਕੇ ਸੋਲਵ ਕਰਨੇ ਨੇ। So this will be equal to 5, which is not equal to 0। so ਸਾਡੇ ਕੋਲ 3 cross 3 ਆਰਡਰ ਦਾ ਇੱਕ ਮਾਈਨਰ ਹੈ ਜਿਹਦਾ ਡਿਟਰਮੀਨੈਂਟ ਨॉन ਜ਼ੀਰੋ ਆ ਰਿਹਾ ਹੈ। 4 cross 4 ਆਰਡਰ ਦਾ ਮਾਈਨਰ ਦੇ ਵਿੱਚ ਸਾਨੂੰ ਮਿਲ ਨਹੀਂ ਸਕਦਾ। so rank of a matrix A is equal to 3। so A ਮੈਟ੍ਰਿਕਸ ਹੈ, ਇਹਦਾ ਜਿਹੜਾ ਰੈਂਕ ਹੈ 3 ਹੋ ਗਿਆ ਹੈ। ਸੋ ਇਹ ਸ਼ਾਰਟ ਟ੍ਰਿਕ ਮੈਂ ਕਰ ਲਿਆ ਸੀ, ਬਹੁਤ ਇੰਪੋਰਟੈਂਟ ਹੈ। ਜਦੋਂ ਵੀ ਤੁਹਾਨੂੰ ਸਿਮੈਟ੍ਰਿਕ ਮੈਟ੍ਰਿਕਸ ਮਿਲੇਗੀ ਤੁਸੀਂ ਡਿਟਰਮੀਨੈਂਟ ਡਾਇਰੈਕਟਲੀ ਉਹਦਾ ਫਾਈਂਡ ਕਰ ਸਕਦੇ ਹੋ ਬਿਨਾਂ ਉਹਨੂੰ ਸੋਲਵ ਕੀਤਿਆਂ। ਸੋ ਇਸੇ ਤਰ੍ਹਾਂ ਹੋਰ ਐਗਜ਼ਾਮਪਲਸ ਦੇਖਦੇ ਹਾਂ। ਰੈਂਕ ਜਿਹੜਾ ਹੈ ਆਰਡਰ ਨਾਲੋਂ ਲੈਸ ਕਿਵੇਂ ਹੋ ਸਕਦਾ ਹੈ। ਸੋ ਸਾਡੇ ਕੋਲ ਇੱਕ ਹੋਰ ਮੈਟ੍ਰਿਕਸ ਹੈ, ਮੈਟ੍ਰਿਕਸ A 1 2 3 2 4 1 3 6 and 4। suppose ਅਸੀਂ ਇਹਦਾ ਡਿਟਰਮੀਨੈਂਟ ਸੋਲਵ ਕਰਦੇ ਹਾਂ, ਤੁਸੀਂ ਬਹੁਤ ਈਜ਼ੀਲੀ ਸੋਲਵ ਕਰ ਸਕੋਗੇ। 16 minus 6 minus 2 8 minus 3 plus 3 12 minus 12। so which will be equal to 10 minus 10 plus 0। so 3 ਆਰਡਰ ਦਾ ਸਾਡੇ ਕੋਲ ਸਿਰਫ ਇੱਕੋ ਮਾਈਨਸ ਸੀ, ਉਹਦਾ ਡਿਟਰਮੀਨੈਂਟ 0 ਹੋ ਗਿਆ ਹੈ। ਸੋ ਇਹਦਾ ਰੈਂਕ ਜਿਹੜਾ ਹੈ 3 ਤੇ ਪੋਸੀਬਲ ਨਹੀਂ ਹੈ। ਹੁਣ ਅਸੀਂ 2 ਆਰਡਰ ਦੇ ਜਿਹੜੇ ਮਾਈਨਰ ਹੈ ਉਹਨਾਂ ਤੇ ਜਾਵਾਂਗੇ। ਸਪੋਜ਼ ਪਹਿਲਾਂ ਮੈਂ ਇਹ 2 ਆਰਡਰ ਦਾ ਮਾਈਨਰ ਲੈਣਾ ਹੈ 1 2 2 4
4 minus 4 which is also equal to 0. So ਅਸੀਂ ਹੁਣ ਇਹ ਨਹੀਂ ਕਹਿ ਸਕਦੇ ਕਿ ਇਹਦਾ ਡਿਟਰਮੀਨੈਂਟ ਰੈਂਕ ਜਿਹੜਾ ਹੈ 2 ਨਹੀਂ ਹੈ। 2 ਆਰਡਰ ਦੇ ਸਾਰੇ ਮਾਈਨਰ ਸੋਲਵ ਕਰਨੇ ਪੈਣਗੇ। ਜੇ ਸਾਰੇ 0 ਹੋਣ ਤੇ ਫਿਰ ਅਸੀਂ ਕਹਾਂਗੇ ਕਿ ਆਰਡਰ ਦਾ ਰੈਂਕ 2 ਨਹੀਂ ਹੈ। ਸਾਨੂੰ ਇੱਕ ਵੀ ਜੇ ਮਾਈਨਰ ਜਿਹੜਾ ਹੈ ਨॉन ਜ਼ੀਰੋ ਮਿਲ ਗਿਆ ਡਿਟਰਮੀਨੈਂਟ ਵਾਲਾ, ਅਸੀਂ ਉਹਦਾ ਰੈਂਕ 2 ਹੀ ਡਿਫਾਈਨ ਕਰਾਂਗੇ। ਸਪੋਜ਼ ਅਸੀਂ ਇੱਕ ਹੋਰ ਮਾਈਨਰ ਸੋਲਵ ਕਰਦੇ ਹਾਂ 2 4 3 6 12 minus 12 ये भी 0 है। सो मींस ये भी 0 हो गया तो इसका रैंक 2 नहीं होएगा। सानू सारे ही माइनर सॉल्व करने पैणगे जिनसे साडे को क्लियर नहीं होएगा कि सारे माइनर 0 ने। सो लेट दिस माइनर 2 3 4 1 2 minus 12 which is equal to minus 10 not equal to 0. So at least there is one minor of order 2 which has determinant non-zero. So therefore rank of this matrix is equal to 2. तो 2 तो ग्रेटर ऑर्डर वाले जिहड़े सारे माइनर सी एक ही सी ओदा डिटरमिनेंट 0 है। 2 ऑर्डर दा एट लीस्ट सम वन माइनर मिल गया जिहदा डिटरमिनेंट नॉन जीरो है। सो therefore rank of this matrix is equal to 2. सो रैंक ऑफ मैट्रिक्स जो ਆਪਾਂ ਸੋਲਵ ਕਰਦੇ ਹਾਂ ਜਿਹੜੇ ਆਪਾਂ ਲਾਸਟ ਲੈਕਚਰਸ ਦੇ ਵਿੱਚ ਐਲੀਮੈਂਟਰੀ ਆਪਰੇਸ਼ਨਸ ਪੜ੍ਹੇ ਸੀ ਉਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਹੈ। ਸਾਡੇ ਕੋਲ ਰੈਂਕ ਸੋਲਵ ਕਰਨ ਲਈ ਇੱਕ ਬੈਸਟ ਮੈਥਡ ਹੈ ਜਿਹੜਾ ਸਾਡੇ ਕੋਲ ਸ਼ਾਰਟ ਟ੍ਰਿਕ ਨੂੰ ਕੰਮ ਕਰਦਾ ਹੈ, ਉਹ ਹੈ ਐਕਲਨ ਫਾਰਮ। रो ਐਕਲਨ ਫਾਰਮ ਜਾਂ ਤੁਸੀਂ ਕਾਲਮ ਐਕਲਨ ਫਾਰਮ ਵੀ ਕਹਿ ਸਕਦੇ ਹੋ। ਜੇ ਤੁਸੀਂ रो ਐਕਲਨ ਫਾਰਮ ਯੂਜ਼ ਕਰੋਗੇ ਤੁਹਾਨੂੰ रो ਹੀ ऑपरेशंस लगाने पैणगे। जे तुसीं कॉलम एक्लन फॉर्म यूज करते हो तो कॉलम वाले ऑपरेशंस ही लगाने पैणगे। एक्लन फॉर्म दी कुछ एग्जांपल्स इस तरह दी ने 2 3 1 0 1 2 या 1 2 -1 0 3 1 0 0 2। सो सिंपल लैंग्वेज दे विच कहिए जिवें जिवें ਅਸੀਂ रो ਦੇ ਥੱਲੇ ਜਾਵਾਂਗੇ फर्स्ट सेट तो फर्स्ट रो सेकंड रो थर्ड रो फोर्थ रो ਜਿਹੜੀਆਂ ਸਟਾਰਟਿੰਗਸ ਵਾਲੀਆਂ 0 ਨੇ ਉਹ ਵਧਦੀਆਂ ਜਾਂਦੀਆਂ, ਕਦੇ ਵੀ ਉਹ ਡਿਕਰੀਜ਼ ਨਹੀਂ ਹੋਣਗੀਆਂ। ਜਿਵੇਂ ਇੱਥੇ 1 0 ਹੈ ਇੱਥੇ 1 0 ਹੈ ਤੇ ਇਹਦੇ ਓਵਰ ਚ 0 ਜ਼ਰੂਰ ਹੋਏਗੀ। ਜ਼ੀਰੋ ਜਿਹੜੀਆਂ ਨੇ ਉਹ ਇਨਕਰੀਜ਼ ਹੋ ਸਕਦੀਆਂ ਨੇ, ਡਿਕਰੀਜ਼ ਨਹੀਂ ਹੋ ਸਕਦੀਆਂ। ਸਪੋਜ਼ ਸਾਡੇ ਕੋਲ ਇਸ ਤਰ੍ਹਾਂ ਹੈ ਸੋ ਇਹ रो ਐਕਲਨ ਫਾਰਮ ਨਹੀਂ ਹੈ। ਸਾਨੂੰ ਇਹ ਦੋ रो ਨੂੰ ਆਪਸ ਵਿੱਚ ਇੰਟਰਚੇਂਜ ਕਰਕੇ ਫਿਰ रो ਐਕਲਨ ਫਾਰਮ ਬਣਾਉਣਾ ਪਏਗਾ। ਜਿਵੇਂ ਜਿਵੇਂ रो ਜਿਹੜੀਆਂ ਇਨਕਰੀਜ਼ ਹੋਣਗੀਆਂ ਥੱਲੇ ਨੂੰ जीरो की गिनती भी इंक्रीज होती जाएगी। मतलब किसी भी जीरो के अगे जो स्टार्टिंग जो जीरो ने उन्होंने थल्ले हमेशा जीरो ही होना चाहिए है। ये सारे को रो एक्लन फॉर्म होएगी। नाउ सपोज वी हैव टू फाइंड रैंक ऑफ द मैट्रिक्स 1 -1 3 2 5 7 6 8 20। So रो एक्लन फॉर्म बनाने ਲਈ ਅਸੀਂ ਫਸਟ ਆਪਰੇਸ਼ਨ ਲਗਾਵਾਂਗੇ r2 r2 2 टाइम r1 and r3 r3 6 टाइम r1। सो ये ऑपरेशन जो ਅਸੀਂ ਅਪਲਾਈ ਕਰਾਂਗੇ 1 -1 3 0 ये ਸਾਡੇ ਕੋਲ ਆ ਜਾਏਗਾ 7 1 जो 6 माइनस करांगे थे 0 माइनस प्लस 14 and 2। so now r3 is equal to r3 minus 2 time r2 when -1 3 0 7 1 0 0 0। सो ये सारे को रो एक्लन फॉर्म बन गई है। सेकंड रो 1 0 ने ਜਿਹੜੀ थर्ड रो ਦੇ ਵਿੱਚ 3 0 ਹੋ ਗਈਆਂ ਨੇ। रो एक्लन फॉर्म ਦੇ ਵਿੱਚੋਂ ਅਸੀਂ ਰੈਂਕ ਕਿਵੇਂ ਡਿਟਰਮਾਈਨ ਕਰਨੇ ਆ, ਜਿੰਨੀਆਂ ਸਾਡੇ ਕੋਲ ਨॉन ਜ਼ੀਰੋ ਰੋਜ਼ ਆ ਜਾਣਗੀਆਂ ਉਨਾ ਹੀ ਰੈਂਕ ਹੋਏਗਾ। ਜਿਵੇਂ ਸਾਡੇ ਕੋਲ ਇੱਥੇ ਦੋ ਹੀ ਨॉन ਜ਼ੀਰੋ ਰੋ ਨੇ ਸੋ ਇਹਦਾ ਰੈਂਕ ਕਿੰਨਾ ਹੋ ਜਾਏਗਾ 2। ਸੋ ਇਸ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ 2 ਹੋਏਗਾ। ਅਸੀਂ रो एक्लन फॉर्म ਨਾਲ ਬਿਨਾਂ ਡਿਟਰਮੀਨੈਂਟ ਸੋਲਵ ਕੀਤਿਆਂ ਇਹਨੂੰ ਸੋਲਵ ਕਰ ਸਕਦੇ ਹਾਂ। ਸੋ ਇਹਨੂੰ ਤੁਸੀਂ ਇੱਕ ਸ਼ਾਰਟ ਟ੍ਰਿਕ ਵੀ ਮੰਨ ਸਕਦੇ ਹੋ ਜਾਂ ਮੈਥਡ ਵੀ ਮੰਨ ਸਕਦੇ ਹੋ, ਕੁਝ ਵੀ ਤੁਸੀਂ ਸਪੋਜ਼ ਕਰੋ, ਬਟ ਸਾਨੂੰ ਰੈਂਕ ਫਾਈਂਡ ਕਰਨ ਲਈ ਇਹ ਮੈਥਡ ਜਿਹੜਾ ਹੈ ਸਭ ਤੋਂ ਬੈਸਟ ਰਹੇਗਾ। ਨੈਕਸਟ ਇਹ ਐਗਜ਼ਾਮਪਲ ਹੈ ਸਾਡੇ ਕੋਲ ਇੱਕ
1 2 3 0 -1 1 4 2 3। तो सबको ऑलरेडी देखो जो गिवन है एलिमेंट 0 है, तो सब में यूज करके इसको 0 करना पड़ेगा। r3 is equal to r3 plus r1। so now determinant of a is equal to 1 2 3 एंड सेकंड रो यूज करेंगे, यानी कि प्लस करेंगे 0 6 6। so r3 is equal to r3 minus 6 times r2 1 0 0 2 3 1 2 0 minus 6। so एक 0 है, इस रो ਦੇ ਵਿੱਚ 2 0 ਨੇ। ਸੋ ਤਿੰਨੇ रो ਜਿਹੜੀਆਂ ਨॉन ਜ਼ੀਰੋ ਹੋ ਗਈਆਂ, रो ਐਕਟਰ ਫਾਰਮ ਤਾਂ ਬਣ ਗਈ ਹੈ, ਪਰ ਤਿੰਨੇ रो ਨॉन ਜ਼ੀਰੋ ਨੇ। ਸੋ rank of this matrix is equal to 3। so rank ਦੇ ਅਸੀਂ ਰਿਲੇਟਡ ਕੋਈ ਸਮ ਕਰ ਰਹੇ ਨੇ, ਇਹਦੇ ਨਾਲ ਰਿਲੇਟਡ ਕੁਝ ਰਿਜ਼ਲਟ ਨੇ ਜਿਹੜੇ ਤੁਹਾਨੂੰ ਕਿਸੇ ਕਮਿਊਨਿਟੀ ਪਰ ਦਿਖਾਈ ਦੇ ਰਹੇ ਨੇ। बहुत सिंपल से रिजल्ट ने ਆਪਾਂ जल्दी जल्दी डिस्कस कर पाएंगे। आई होप कि ਤੁਸੀਂ बड़ी आसानी ਨਾਲ ਇਹਨਾਂ ਰਿਜ਼ਲਟ ਨੂੰ ਪੜ ਸਕਦੇ ਹੋ। rank of the transpose of a matrix A is the same as the original। so rank of A transpose is equal to rank of A, क्योंकि डिटरमिनेंट चेंज नहीं होएगा। ਸਾਨੂੰ पता है A डिटरमिनेंट ਤੇ A ट्रांसपोज डिटरमिनेंट सेम ਹੁੰਦਾ है, सो इसका रैंक भी सेम हो जाएगा। सेकंड, किसी नॉन जीरो स्केलर ਨਾਲ ਜੇ ਅਸੀਂ ਮਲਟੀਪਲਾਈ ਕਰਕੇ ਮੈਟ੍ਰਿਕਸ ਦਾ ਰੈਂਕ ਫਾਈਂਡ ਕਰਦੇ ਹਾਂ, ਜਾਂ ਰੈਂਕ ਫਾਈਂਡ ਕਰਕੇ ਨॉन जीरो स्केलर ਨਾਲ ਮਲਟੀਪਲਾਈ ਕਰ ਲੈਂਦੇ ਹਾਂ, ਤਾਂ ਜਿਹੜਾ ਰੈਂਕ ਹੈ ਮੈਟ੍ਰਿਕਸ ਦਾ ਉਹ सेम ही रहेगा। मतलब किसी नॉन जीरो स्केलर ਨਾਲ ਮਲਟੀਪਲਾਈ ਕਰਨ ਤੇ ਮੈਟ੍ਰਿਕਸ ਦੇ ਰੈਂਕ ਦੇ ਵਿੱਚ ਕੋਈ ਜਿਹੜਾ डिफरेंस नहीं ਹੁੰਦਾ। थर्ड ਜਿਹੜਾ ਹੈ ਸਾਡੇ ਕੋਲ, if A is n row non singular matrix, ਜੇ non singular matrix ਹੈ means ਉਹਦਾ determinant ਜਿਹੜਾ ਹੈ non zero ਹੈ, then ਉਹਦਾ ਤੇ ਉਹਦੇ ਇਨਵਰਸ ਦਾ ਰੈਂਕ ਜਿਹੜਾ ਸੇਮ ਹੋਏਗਾ। ਜੇ ਉਹ non singular matrix ਹੈ then adjoint of A ਦਾ ਰੈਂਕ ਵੀ ਜਿਹੜਾ ਹੈ रैंक ऑफ A ਦੇ ਇਕੁਅਲ ਹੀ ਹੋਏਗਾ। नेक्स्ट फोर्थ है, if P is equal to P of B, मतलब सॉरी रैंक ऑफ A is equal to रैंक ऑफ B, दोनों n ने, then रैंक ऑफ A B भी n ही होएगा। फिफ्थ अगर दिखाई दे जाए, skew symmetric matrix of odd order has rank less than its order। बड़ी इजी जब अगर समझो कि ਜਿਹੜੀ odd order ਦੀ skew symmetric matrix ਹੈ ਉਹਦਾ determinant 0 ਹੁੰਦਾ ਹੈ। सपोज ਉਹ n ਆਰਡਰ ਦੀ ਹੈ, n ਆਰਡਰ ਦਾ determinant 1 ਹੀ ਹੋਏਗਾ, ਪਾਇੰਦਰ ਉਹ 0 ਹੋ ਜਾਏਗਾ। ਸੋ ਆਬਵੀਅਸ ਜਿਹੜਾ skew symmetric matrix ਹੈ ਉਹਦਾ ਜਿਹੜਾ odd order ਹੈ ਉਹਦਾ ਰੈਂਕ ਹਮੇਸ਼ਾ ਉਹਦੇ ਆਰਡਰ ਨਾਲੋਂ ਲੈਸ ਹੀ ਹੋਏਗਾ। ਸਿਰਫ ਇਹ odd order ਦੀ skew symmetric matrix ਦੀ ਗੱਲ ਹੋ ਰਹੀ ਹੈ, even order ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਫੀਲ ਨਹੀਂ ਹੈ, ਅਸੀਂ ਆਪਣੇ ਕੋਲ ਕੋਈ ਮੇਰਾ ਰਿਜ਼ਲਟ ਪ੍ਰੋਡਿਊਸ ਨਹੀਂ ਕਰ ਸਕਦੇ। सेवंथ ਜਿਹੜਾ ਸਮ ਹੈ, if A be a skew symmetric matrix then rank of A should be greater than equal to 2। so ਜਿਹੜੀ skew symmetric matrix है 1 ऑर्डर ਦੀ ਜੇ ਹੋਏਗੀ तो 0 हो जाएगी, ठीक है, ਉਹਦਾ रैंक 0 हो जाएगा। जे 2 ऑर्डर ਦੀ है ਉਹਦਾ रैंक नॉन जीरो हो सकता है, बट और ऑर्डर 1 ਦੀ ਹੋਏਗੀ तो 0 हो जाएगी। सो इस करके ਇਹਦਾ रैंक ਜਿਹੜਾ है 1 नहीं हो सकता, 2 ਹੋਏਗਾ ਜਾਂ 2 ਤੋਂ ग्रेटर ਹੋਏਗਾ ਜਦੋਂ ਵੀ skew symmetric matrix ਅਸੀਂ ਲੈ ਕੇ ਚੱਲਾਂਗੇ। ਸੋ ਇਹ ਤੋਂ ਸਾਡੇ ਕੋਲ ਇੱਕ ਹੋਰ ਰਿਜ਼ਲਟ ਵੀ ਜਿਹੜਾ ਕੰਕਲੂਡ ਹੋ ਰਿਹਾ ਹੈ, ਕਦੇ ਵੀ skew symmetric matrix ਦਾ ਜਿਹੜਾ ਆਰਡਰ ਹੈ ਉਹ 1 ਨਹੀਂ ਹੋ ਸਕਦਾ। ਤੁਸੀਂ ਕੋਈ ਵੀ skew symmetric matrix ਨਹੀਂ ਫਾਈਂਡ ਕਰ ਸਕਦੇ ਜਿਹਦਾ ਆਰਡਰ ਜਿਹਦਾ ਰੈਂਕ ਜਿਹੜਾ ਹੈ ਉਹ 1 ਹੋਏਗਾ। ਨੈਕਸਟ 8th ਸਮ ਜਿਹੜਾ ਸਾਡੇ ਕੋਲ ਰਿਜ਼ਲਟ ਹੈ, elementary row transformation और column transformation do not alter the rank। सो किसी भी मैट्रिक्स ਨੂੰ ਅਸੀਂ ਜੋ रो ऑपरेशन ਜਾਂ कॉलम ऑपरेशन ਅਪਲਾਈ ਕਰਦੇ ਹਾਂ ਤਾਂ ਉਹਦਾ ਜਿਹੜਾ ਰੈਂਕ ਹੈ ਉਹ ਸੇਮ ਰਹੇਗਾ, ਕੋਈ ਉਹ ਤੇਰਾ ਇਫੈਕਟ ਨਹੀਂ ਪੈਂਦਾ। 9th rank of a matrix is not altered by pre-multiplication or post-multiplication of the matrix with any non-singular matrix। ਕਿਸੇ ਵੀ ਮੈਟ੍ਰਿਕਸ ਨੂੰ ਅਸੀਂ non-singular matrix ਨਹੀਂ ਜਿਹਦਾ डिटरमिनेंट non-zero ਹੈ, ਜਿਹਦਾ ਇਨਵਰਸ ਐਗਜ਼ਿਸਟ ਕਰਦਾ ਹੈ, ਜੇ ਉਹਨੂੰ ਅਸੀਂ ਉਹਦੇ ਨਾਲ ਮਲਟੀਪਲਾਈ ਕਰ ਦਿੰਦੇ ਆ मींस B ਦਾ ਰੈਂਕ ਤੇ A ਜਿੱਥੇ ਨॉन ਸਿੰਗੂਲਰ ਹੈ, ਪ੍ਰੀ ਮਲਟੀਪਲਾਈ ਜਾਂ ਪੋਸਟ ਮਲਟੀਪਲਾਈ ਕਰਨ ਨਾਲ B ਨੂੰ
डी ਦੇ ਰੈਂਕ ਤੇ ਕੋਈ ਵੀ ਫਰਕ ਜਿਹੜਾ ਨਹੀਂ ਪਏਗਾ। ਦੋ ਮੈਟ੍ਰਿਕਸ ਦੇ ਪ੍ਰੋਡਕਟ ਦਾ ਜਿਹੜਾ ਰੈਂਕ ਹੈ ਉਹ ਦੋਵਾਂ ਦੇ ਰੈਂਕ ਤੇ ਜਿਹੜਾ ਮਿਨੀਮਮ ਹੋਏਗਾ ਉਹਨਾਂ ਨਾਲੋਂ ਲੈਸ ਰਹੇਗਾ। ਮੀਨਸ rank of AB is less than rank of A and rank of AB is less than rank of B. If A and B are matrix of same order, then rank of A plus B is less than equal to rank of A plus rank of B. If A is transpose of A, ਅਸੀਂ ਪਹਿਲਾਂ ਕਰ ਚੁੱਕੇ ਹਾਂ, then A transpose into A ਦਾ ਰੈਂਕ ਵੀ A ਦੇ ਰੈਂਕ ਦੇ ਇਕੁਅਲ ਹੀ ਹੋਏਗਾ। ਸਿਮਿਲਰਲੀ ਜੇ ਅਸੀਂ ਕੰਜੂਗੇਟ ਲੈ ਕੇ ਚੱਲਦੇ ਜਿਹਨੂੰ ਟਰਾਂਸਪੋਜ਼ ਕੰਜੂਗੇਟ ਕਹਿੰਦੇ ਆ, then A ਕੰਜੂਗੇਟ ਦਾ ਜਿਹੜਾ ਰੈਂਕ ਹੈ ਉਹ A ਦੇ ਇਕੁਅਲ ਹੋਏਗਾ and it will be also equal to A into A conjugate। 14th result here है the rank of every non-singular matrix of order n is n। non-singular matrix means ਉਹਦਾ determinant ਹੀ non-zero आ गया है। सो जिन्ना ऑर्डर सी मैट्रिक्स था उन्ने ही ऑर्डर सानू एक माइनर मिल गया है नॉन जीरो। सो ਇਹਦਾ मतलब ਜਿਹੜਾ ਰੈਂਕ ਹੋਏਗਾ ਉਹ ਮੈਟ੍ਰਿਕਸ ਦਾ ਉਹ ਉਹਦੇ ਆਰਡਰ ਦੇ ਇਕੁਅਲ ਹੀ ਹੋ ਜਾਏਗਾ। नेक्स्ट 15 रैंक ऑफ m क्रॉस n मैट्रिक्स सपोज ऑर्डर ऑफ मैट्रिक्स m क्रॉस n देन ਜਿਹੜਾ ਇਹਦਾ ਰੈਂਕ ਹੋਏਗਾ ਉਹ m ਤੇ n तो एक्सीड नहीं कर सकता। कोई नंबर ऑफ रोज से नंबर ऑफ कॉलम्स तो लेस या दो से ਜਿਹੜਾ ਮਿਨੀਮਮ ਹੈ ਉਹਦੇ ਇਕੁਅਲ ਹੋ ਸਕਦਾ ਹੈ, ਉਹਨਾਂ ਤੋਂ ਦੋ ਚੋਂ ਕਿਸੇ ਤੋਂ ਐਕਸੀਡ ਨਹੀਂ ਕਰ ਸਕਦਾ। ਲਾਸਟ ਜਿਹੜੀ ਪ੍ਰੋਪਰਟੀਜ਼ ਆਪਾਂ ਪਹਿਲੇ ਕਰ ਚੁੱਕੇ ਹਾਂ, ਰੈਂਕ ਆਫ ਸਕੂ ਸਿਮੈਟ੍ਰਿਕ ਮੈਟ੍ਰਿਕਸ ਕੈਨਟ ਬੀ 1। ਸੋ ਕਿਸੇ ਵੀ ਸਕੂ ਸਿਮੈਟ੍ਰਿਕ ਮੈਟ੍ਰਿਕਸ ਦਾ ਜਿਹੜਾ ਰੈਂਕ ਹੈ ਉਹ 1 ਨਹੀਂ ਹੋ ਸਕਦਾ। ਸੋ ਇਸ ਰੈਂਕ ਦੇ ਬੇਸ ਸਾਡੇ ਕੋਲ ਇਹਦੀ ਐਪਲੀਕੇਸ਼ਨ ਹੈ ਸਿਸਟਮ ਆਫ ਇਕੁਏਸ਼ਨਸ ਦੀ ਕੰਸਿਸਟੈਂਸੀ ਤੇ ਇਨਕਨਸਿਸਟੈਂਸੀ ਅਸੀਂ ਕਿਵੇਂ ਚੈੱਕ ਕਰਨੀ ਹੈ। ਸਪੋਜ਼ ਸਾਡੇ ਕੋਲ n ਵੇਰੀਏਬਲ ਦੇ ਵਿੱਚ n ਇਕੁਏਸ਼ਨਸ ਨੇ a11 x1 plus a12 x2 plus so on to a1n xn is equal to d1 a21 x1 plus a22 x2 plus a2n xn is equal to t2। so on to चलते चलते सारे कोल am1 x1 am2 x2 plus amn xn is equal to dn। ये सारे को ਜਿਹੜਾ सिस्टम ऑफ इक्वेशन है n इक्वेशंस इन n वेरिएबल इनको ਅਸੀਂ ax b ਦੀ ਫਾਰਮ ਚ ਕਨਵਰਟ ਕਿਵੇਂ ਕਰ ਸਕਦੇ ਹਾਂ। a11 a12 a1n a21 a22 a2n so on to am1 am2 amn and this is a variable matrix x1 x2 so on to xn into is equal to d d1 d2 so on to dn। एम इक्वेशंस ने एंड सो ਸਾਡੇ ਕੋਲ ਜਿਹੜੇ ਸਿਸਟਮ ਆਫ ਇਕੁਏਸ਼ਨਸ ਨੇ ਦੋ ਤਰ੍ਹਾਂ ਦੇ ਸਿਸਟਮ ਆਫ ਇਕੁਏਸ਼ਨਸ ਹੁੰਦੇ ਨੇ। ਪਹਿਲਾਂ ਅਸੀਂ ਗੱਲ ਕਰਾਂਗੇ ਹੋਮੋਜੀਨੀਅਸ। ਹੋਮੋਜੀਨੀਅਸ ਸਿਸਟਮ ਆਫ ਇਕੁਏਸ਼ਨਸ ਮੀਨ ਜਿਹੜੀ ਸਾਡੇ ਕੋਲ B ਮੈਟ੍ਰਿਕਸ ਹੈ ਉਹ 0 ਹੋ ਜਾਏਗੀ ਮੀਨਸ ax = 0। ਸੋ ਹੋਮੋਜੀਨੀਅਸ ਇਕੁਏਸ਼ਨ ਜਦੋਂ ਸਾਡੇ ਕੋਲ ਆਉਣਗੇ ਸਾਡੇ ਕੋਲ ਸਿਰਫ ਜਿਹੜੇ ਦੋ ਤਰ੍ਹਾਂ ਦੇ ਹੀ ਜਿਹੜੇ ਰਿਜ਼ਲਟ ਹੋ ਸਕਦੇ ਨੇ। ਜਾਂ ਤੇ नॉन ट्रिवियल रिजल्ट ਜਿਹੜਾ ਹੋਏਗਾ ਉਹ ਹੋਏਗਾ ਉਹ ਇਨਫਾਈਨਾਈਟ ਸੋਲੂਸ਼ਨ ਹੋ ਜਾਣਗੇ ਜਾਂ ਟ੍ਰਿवियल ਰਿਜ਼ਲਟ ਹੋਏਗਾ which will be equal to 0। ਸੋ ਸਪੋਜ਼ ਸਾਡੇ ਕੋਲ ਹੁਣ ਦੀ ਮੈਟ੍ਰਿਕਸ ਹੈ A ਹੁੰਦੀ ਹੈ m cross n ਆਰਡਰ ਦੀ। ਸੋ ਅਸੀਂ ਇਹਦਾ ਜਿਹੜੇ ਸੋਲੂਸ਼ਨ ਹੈ ਕਿਵੇਂ ਫਾਈਂਡ ਕਰ ਸਕਦੇ ਹਾਂ। if rank of A is equal to n then there is only a trivial solution। ट्रिवियल सॉल्यूशन की होएगा जेड़ा कि होमोजेनियस मैट्रिक्स का हमेशा सॉल्यूशन होएगा x = 0। if rank is less than n number of variables then
there are n minus r linearly independent solution. So linear independence बारे ਅਸੀਂ ਜਦੋਂ ਵੈਕਟਰ ਅਲਜਬਰਾ ਕਰਾਂਗੇ ਉਹਦੇ ਡਿਸਕਸ ਕਰਾਂਗੇ। ਸੋ ਅਸੀਂ ਹੁਣ ਸਿਰਫ ਯਾਦ ਰੱਖਣਾ ਕਿ ਜੇ ਰੈਂਕ ਜਿਹੜਾ ਹੈ n ਤੋਂ ਛੋਟਾ ਹੈ then there will be n minus r linearly independent solution। next ਸਾਡੇ ਕੋਲ ਸੈਕੰਡ ਪਾਰਟ ਜਿਹੜਾ ਆਉਂਦਾ ਹੈ ਉਹ ਹੈ non homogeneous equations। non homogeneous equation ਜਿਹੜੀ ਸਾਡੇ ਕੋਲ ਮੀਨਸ मैट्रिक्स B ਜਿਹੜੀ ਹੈ ਉਹ ਕੀ ਹੈ ਇੱਕ ਨॉन ਜ਼ੀਰੋ ਮੈਟ੍ਰਿਕਸ ਹੈ Ax B ਫਾਰਮ। ਇਹਦੇ ਵਿੱਚ ਅਸੀਂ ਇੱਕ ਮੈਟ੍ਰਿਕ ਡਿਫਾਈਨ ਕਰਦੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ A ਆਰਗੂਮੈਂਟਡ B ਮੈਟ੍ਰਿਕਸ ਮੀਨਸ A ਅੱਗੇ ਅਸੀਂ ਡਾਟਸ ਪਾ ਕੇ ਜਿਹੜੀ B ਮੈਟ੍ਰਿਕਸ ਹੈ ਉਹਨੂੰ ਲਿਖ ਲਵਾਂਗੇ। ਅਗਰ ਇੱਥੇ ਲਿਖ ਕੇ ਦਿਖਾ ਦਿੰਦਾ ਜਿਵੇਂ ਸਾਨੂੰ ਬੁਲਾਇਆ ਹੈ ਕਿ A11 A12 so on to A1n ਚੱਲਦੇ ਹਾਂ AM1 AM2 so on to AMN augmented D1 D2 DM ਇਹਨੂੰ ਅਸੀਂ ਕਹਿੰਦੇ ਆ A augmented B matrix। ਸੋ ਇਹਦੀ ਅਸੀਂ ਦੋ ਐਕਲਨ ਫਾਰਮ ਬਣਾਵਾਂਗੇ। ਇਹਦੇ ਵਿੱਚ ਸੋ ਦੋ ਮੈਟ੍ਰਿਕਸ ਨੇ ਜੇ ਇਹਨੂੰ ਕੰਟੀਨਿਊ ਦੇਖੀਏ ਸਾਡੇ ਕੋਲ A ਮੈਟ੍ਰਿਕਸ ਆ ਰਹੀ ਹੈ। ਜੇ ਪੂਰੀ ਆਪਾਂ ਹੋਲ ਮੈਟ੍ਰਿਕਸ ਨੂੰ ਦੇਖੀਏ A ਤੇ B ਮੈਟ੍ਰਿਕਸ ਇਹਨਾਂ ਇਕੱਠੇ ਕਰਕੇ ਉਹਨੂੰ A ਆਰਗੂਮੈਂਟਡ B ਮੈਟ੍ਰਿਕਸ ਬਣਾਤਾ ਗਿਆ ਹੈ। ਸੋ ਇਹਦਾ ਜਿਹੜਾ ਵਰਕਿੰਗ ਮੈਥਡ ਹੈ ਅਸੀਂ ਕਿਵੇਂ ਡਿਫਾਈਨ ਕਰਾਂਗੇ ਕਿ ਇਹਦੇ ਜਿਹੜੇ ਨੇ ਉਹ ਸਿਸਟਮ ਆਫ ਇਕੁਏਸ਼ਨ ਦੇ ਸੋਲੂਸ਼ਨ ਹੈ ਨੇ ਕਿ ਨਹੀਂ ਹੈ। ਜੇ ਹੈ ਨੇ ਤੇ ਉਹ 1 ਨੇ ਜਾਂ ਇਨਫਾਈਨਾਈਟ ਨੇ। ਸੋ ਸਭ ਤੋਂ ਪਹਿਲਾਂ ਤੇ ਇਫ rank of A is not equal to rank of A augmented B दोनों मैट्रिक्स की जे रैंक इक्वल नहीं आ रहे then no solution। so system of equation is inconsistent। second सारे को ऑप्शन आ रही है if rank of A is equal to rank of A augmented B दो मैट्रिक्स दे रैंक ਜਿਹੜੇ ਨੇ ਸੇਮ ਆ ਗਏ ਨੇ। ਸੋ ਸਿਸਟਮ ਆਫ ਇਕੁਏਸ਼ਨ ਕੰਸਿਸਟੈਂਟ ਤੇ ਹੋਏਗਾ। ਸਿਸਟਮ ਆਫ ਇਕੁਏਸ਼ਨ ਜਿਹੜਾ ਹੈ ਕੰਸਿਸਟੈਂਟ ਤੇ ਹੋ ਜਾਏਗਾ ਬਟ ਇਹਦੇ ਜਿਹੜੇ ਸੋਲੂਸ਼ਨ ਨੇ ਉਹ ਯੂਨੀਕ ਹੋਏਗਾ ਜਾਂ ਇਨਫਾਈਨਾਈਟ ਹੋਣਗੇ। ਉਹ ਅਸੀਂ ਕਿਵੇਂ ਡਿਫਾਈਨ ਕਰਾਂਗੇ ਇਫ rank of A and A argument rank same है is equal to n number of variables then unique solution। if rank of A less than n suppose which is rank is equal R है then therefore n minus r ये सब को लीनियर इंडिपेंडेंट सॉल्यूशन हो जाएंगे जहां से ਤੁਸੀਂ ਕਹਿ ਸਕਦੇ ਹਾਂ ਕੋਈ ਨੂੰ ਜੋੜ ਕੇ ਸਾਡੇ ਕੋਲ ਇਨਫਾਈਨਾਈਟ ਸੋਲੂਸ਼ਨ ਜਿਹੜੇ ਨੇ ਉਹ ਬਣ ਜਾਣਗੇ। ਸੋ ਜੇ ਰੈਂਕ ਆਫ A ਰੈਂਕ ਆਫ R A ਆਰਗੂਮੈਂਟ ਵੀ ਇਕੁਅਲ ਨਹੀਂ ਹੈ ਫਿਰ ਨੋ ਸੋਲੂਸ਼ਨ ਹੈ। ਜੇ ਇਕੁਅਲ ਹੈ ਫਿਰ ਸਾਡੇ ਕੋਲ ਦੋ ਕੰਡੀਸ਼ਨ ਬਣਦੀਆਂ ਨੇ ਜੇ ਰੈਂਕ ਜਿਹੜਾ ਹੈ ਨੰਬਰ ਆਫ ਵੇਰੀਏਬਲਸ ਦੇ ਇਕੁਅਲ ਹੈ यूनिक सॉल्यूशन होएगा। रैंक ਜਿਹੜਾ ਹੈ ਨੰਬਰ ਆਫ ਵੇਰੀਏਬਲ ਤੋਂ ਲੈਸ ਹੈ then इनफाइनाइट सॉल्यूशन होंगे। सो स्टूडेंट्स ये सी साडा टॉपिक रैंक ऑफ मैट्रिक्स एंड उनते एप्लीकेशन के बेस ਜਿਹੜਾ ਹੈ सिस्टम ऑफ इक्वेशन ਦੀ ਕੰਸਿਸਟੈਂਸੀ ਤੇ ਇਨਕੰਸਿਸਟੈਂਸੀ ਚੈੱਕ ਕਰਨੀ। ਸੋ ਇੱਕ ਲੈਕਚਰ ਸਾਡਾ ਹੋਰ ਰਹੇਗਾ ਜਾਂ ਹੋਏਗਾ ਆਈਗਨ ਵੈਲਿਊ ਤੇ ਆਈਗਨ ਵੈਕਟਰ ਦੇ ਬੇਸ। ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਹੈ क्वेश्चन सीरीज शुरू होएगी। प्रीवियस ईयर क्वेश्चन ਜਿਹੜੇ ਨੇ मैट्रिक्स ਜਾਂ ਇਕੁਏਸ਼ਨ ਤੇ ਆਈਗਨ ਵੈਲਿਊ ਆਈਗਨ ਵੈਕਟਰਸ ਦੇ ਬੇਸ ਜਿਹੜੇ ਹੋਣਗੇ ਅਸੀਂ ਉਹ ਡਿਸਕਸ ਕਰਾਂਗੇ। ਸੋ ਇਹ ਸਾਰੇ ਰਿਜ਼ਲਟ ਜਿਹੜੇ ਆਪਾਂ ਕੀਤੇ ਨੇ ਤੁਸੀਂ ਇਹਨਾਂ ਨੂੰ ਨੋਟ ਕਰ ਲਿਓ। ਇਹ ਰਿਜ਼ਲਟ ਜਦੋਂ ਅਸੀਂ ਕੁਐਸਚਨ ਕਰਾਂਗੇ ਬਹੁਤ ਜ਼ਿਆਦਾ ਯੂਜ਼ ਹੋਣਗੇ। ਕੋਈ ਵੀ ਕੁਐਸਚਨ ਜਿਹੜੇ ਐਗਜ਼ਾਮ ਚ ਆਉਂਦੇ ਨੇ ਉਹਨਾਂ ਚੋਂ ਮੋਸਟ ਜਿਹੜੇ ਕੁਐਸਚਨ ਨੇ ਡਾਇਰੈਕਟ ਰਿਜ਼ਲਟ ਬੇਸਡ ਹੁੰਦੇ ਨੇ ਜਾਂ ਉਹਨਾਂ ਨੂੰ ਟਵਿਸਟ ਜਾਂ ਮੋਲਡ ਕੀਤਾ ਹੁੰਦਾ ਹੈ। ਸੋ ਤੁਹਾਨੂੰ ਇਹ ਸਾਡਾ ਲੈਕਚਰ ਕਿਵੇਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਣਾ। ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਨਾ। ਥੈਂਕ ਯੂ।